जैसा हरमीत ऑडियो रिकॉर्डिंग राਹੀਂ कह रही है, तैसा ही तकरीबन इस गुरमुख प्यारे ने भी लिखिया है। बाबा जी मन ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ। ਕਈ ਵਾਰ ਤਾਂ ਰੰਗ 'ਚ ਚਲੇ ਜਾਂਦਾ ਹੈ ਤੇ ਕੰਮਕਾਰ ਕਰਦਿਆਂ ਧਿਆਨ ਸੰਸਾਰ ਵੱਲ ਚਲੇ ਜਾਂਦਾ ਹੈ। ਫਿਰ ਬੇਚੈਨੀ ਵੀ ਹੁੰਦੀ ਹੈ। ਕੀ ਕਰੀਏ ਕਿ ਇਹ ਰੰਗ 'ਚ ਰਹੇ ਕੰਮਕਾਰ ਕਰਦਿਆਂ ਵੀ। ਐਸਾ ਹੀ ਗੁਰਦਾਸਪੁਰ ਤੋਂ ਇੱਕ ਮਾਈ ਕਹਿ ਰਹੀ ਸੀ, ਮੇਰਾ ਧਿਆਨ ਕਈ ਦਿਨ ਟਿਕ ਜਾਂਦਾ ਹੈ, ਹਫ਼ਤਾ 10 ਦਿਨ। ਉਸ ਤੋਂ ਬਾਅਦ ਫਿਰ ਧਿਆਨ ਆਥਿਰ ਹੋ ਜਾਂਦਾ ਹੈ, ਖਿੰਡ ਜਾਂਦਾ ਹੈ। ਹੁਣ ਸੁਣਨ ਵਾਲਿਆਂ ਨੂੰ ਭਾਵੇਂ ਇਹਨਾਂ ਦੀ ਸਮੱਸਿਆ ਇੱਕੋ ਜਿਹੀ ਲੱਗੇ, ਪਰ ਉੱਤਰ ਇੱਕੋ ਜਿਹਾ ਨਹੀਂ ਹੋਵੇਗਾ। ਜੋ ਗੁਰਦਾਸਪੁਰ ਵਾਲੀ ਮਾਈ ਨੂੰ ਦੱਸਿਆ ਹੈ, ਉਹ ਹੀ ਹਰਮੀਤ ਨੂੰ ਜਾਂ ਇਸ ਗੁਰਮੁਖ ਪਿਆਰੇ ਨੂੰ ਨਹੀਂ ਦੱਸਿਆ ਜਾਵੇਗਾ, ਕਿਉਂਕਿ ਅਵਸਥਾ ਦੇ ਤਲ ਦਾ ਫਰਕ ਹੁੰਦਾ ਹੈ। ਇਸ ਕਾਰਨ ਹਰ ਇੱਕ ਸਾਧਕ ਨੂੰ ਇੱਕੋ ਹੀ ਉੱਤਰ ਨਹੀਂ ਦਿੱਤਾ ਜਾਂਦਾ। ਹੁਣ ਤੁਸੀਂ ਉੱਤਰ ਸ਼ਾਸਤਰਾਂ 'ਚ ਖੋਜੋਗੇ ਤਾਂ ਉੱਥੇ ਤਾਂ ਇੱਕੋ ਜਿਹੇ ਲਿਖੇ ਹੋਏ ਹਨ। ਪੁਰਾਣੇ ਸਤਿਗੁਰਾਂ ਦੇ ਉਪਦੇਸ਼ਾਂ 'ਚੋਂ ਖੋਜੋਗੇ, ਉੱਥੇ ਵੀ ਲਿਖੇ ਹੋਏ ਹਨ ਇੱਕੋ ਜਿਹੇ। ਪਰ ਜਿਹੜਾ ਸਾਹਮਣੇ ਹੈ ਨਾ, ਉਹ ਦੇਖ ਕੇ ਉੱਤਰ ਦਿੰਦਾ ਹੈ। ਜਿਵੇਂ ਕੋਈ ਆਪਣੀ ਸਰੀਰਕ ਬਿਮਾਰੀ ਵਾਸਤੇ ਪੁਸਤਕਾਂ ਦੇ ਵਿੱਚੋਂ ਦਵਾਈ ਲੱਭੇ, ਅਤੇ ਗ੍ਰੰਥਾਂ ਦੇ ਵਿੱਚੋਂ ਵੀ ਲੱਭ ਸਕਦੀ ਹੈ ਦਵਾ। ਅਜੋਕੇ ਸਮੇਂ 'ਚ ਸੋਸ਼ਲ ਮੀਡੀਆ ਤੋਂ ਕਈ ਲੱਭਦੇ ਹਨ, ਪਰ ਉੱਥੇ ਇੱਕ ਬਿਮਾਰੀ ਦੀ ਉਹ ਇੱਕੋ ਹੀ ਦਵਾ ਲਿਖੀ ਹੋਈ ਹੈ। ਅਗਰ ਭਿੰਨ ਭਿੰਨ ਦਵਾਈਆਂ ਲਿਖੀਆਂ ਵੀ ਹਨ ਅਤੇ ਆਦਮੀ ਕਨਫਿਊਜ਼ ਹੋ ਜਾਂਦਾ ਹੈ ਕਈ ਵਾਰ ਪੜ੍ਹ ਕੇ ਵੀ ਇੱਕ ਬਿਮਾਰੀ ਦੀਆਂ ਇੰਨੀਆਂ ਦਵਾਈਆਂ ਲਵਾਂ ਕਿਹੜੀ। ਅਤੇ ਫਿਰ ਸਿਆਣੇ ਸਲਾਹ ਦਿੰਦੇ ਹਨ ਵੀ ਤੂੰ ਡਾਕਟਰ ਕੋਲ ਪੁੱਛ ਕੇ ਲੈ, ਇਸ ਬਿਮਾਰੀ ਦੀਆਂ ਦਵਾਈਆਂ ਤਾਂ ਬਹੁਤ ਹਨ। ਪਰ ਡਾਕਟਰ ਤੈਨੂੰ ਦੇਖ ਕੇ ਦਵਾਈ ਦੇਵੇਗਾ, ਤੇਰੀ ਨਬਜ਼। ਇਵੇਂ ਹੀ ਜਿਹੜੇ ਪਰਮ ਵੈਦ ਹਨ, ਉਹ ਵੀ ਪਹਿਲਾਂ ਰੋਗ ਸਿਆਣਦੇ ਹਨ, ਜਾਣਦੇ ਹਨ, ਕਿਉਂਕਿ ਉਸ ਅਵਸਥਾ ਥਾਣੀ ਉਹ ਗੁਜ਼ਰੇ ਹਨ, ਉਹਨਾਂ ਨੂੰ ਪਤਾ ਹੈ। ਪਰ ਜਿਹੜਾ ਅਹੰਕਾਰੀ ਹੈ ਨਾ, ਉਹ ਨਹੀਂ ਪੁੱਛਦਾ ਹੈ। ਉਹ ਕਹਿੰਦਾ ਹੈ ਮੈਂ ਖੁਦ ਨਹੀਂ ਖੋਜ ਸਕਦਾ ਦਵਾ, ਵੀ ਮੈਂ ਆਪਣੇ ਰੋਗ ਨੂੰ ਜਾਣਦਾ ਹਾਂ, ਅਤੇ ਦਵਾ ਵੀ ਤਾਂ ਲਿਖੀ ਹੋਈ ਹੈ, ਹਉਮੈ ਦੀਰਘ ਰੋਗ ਹੈ। ਅਤੇ ਦਾਰੂ ਪੀਸ ਮਾਹੇ, ਦਾਰੂ ਵੀ ਉਹ ਵਿੱਚ ਲਿਖਿਆ ਹੋਇਆ ਹੈ, ਦੱਸਿਆ ਦਵਾ। ਅਤੇ ਦਵਾ ਬਿਲਕੁਲ ਠੀਕ ਲਿਖੀ ਹੋਈ, ਪਰ ਖਾਣੀ ਕਿਵੇਂ ਹੈ ਇਹ ਤਾਂ ਵੈਦ ਹੀ ਦੱਸੂਗਾ ਨਾ। ਪਰ ਪਰਹੇਜ਼ ਕਿਹੜਾ ਕਿਹੜਾ ਰੱਖਣਾ ਹੈ, ਕਿਹੜਾ ਪਰਹੇਜ਼ ਤੁਸੀਂ ਨਾ ਰੱਖੋਗੇ ਤਾਂ ਬਿਮਾਰੀ ਵਧੇਗੀ। ਦਵਾਈ ਵੀ ਲਈ ਜਾਓ ਭਾਵੇਂ, ਜਿਵੇਂ ਹੁੰਦਾ ਨਹੀਂ ਹੈ ਡਾਇਬਟੀਜ਼ ਦਾ ਰੋਗੀ, ਉਹਨੂੰ ਜਿਹੜੇ ਪਰਹੇਜ਼ ਦੱਸੇ ਜਾਂਦੇ ਹਨ ਵੀ ਇਹ ਨਹੀਂ ਖਾਣਾ, ਅਗਰ ਉਹ ਖਾਈ ਵੀ ਜਾਵੇ
ਤੇ ਦਵਾਈ ਵੀ ਖਾਈ ਜਾਵੇ ਤਾਂ ਰੋਗ ਮਿਟੇਗਾ ਥੋੜ੍ਹੀ। ਤੇ ਜਿਵੇਂ ਹਰ ਬਿਮਾਰੀ ਵਾਸਤੇ ਅਲੱਗਾ ਪਰਹੇਜ਼ ਹੁੰਦੇ ਹਨ, ਇਵੇਂ ਹੀ ਜਿਹੜੀ ਇਹ ਮਨੁੱਖ ਨੂੰ ਬਿਮਾਰੀ ਲੱਗੀ ਹੋਈ ਹੈ, ਅਤੇ ਇਹਦਾ ਵੀ ਜਦੋਂ ਇਲਾਜ ਹੁੰਦਾ ਹੈ ਨਾ, ਅਤੇ ਅਲੱਗਾ ਤਲ 'ਤੇ ਅਲੱਗਾ ਦਵਾਈ ਦਿੱਤੀ ਜਾਂਦੀ। ਜਿਵੇਂ ਕਿਸੇ ਨੂੰ ਬਹੁਤ ਜ਼ਿਆਦਾ ਬਿਮਾਰੀ ਹੋਵੇ ਅਤੇ ਡਾਕਟਰ ਪਹਿਲਾਂ ਡੋਜ਼ ਜ਼ਿਆਦਾ ਦਿੰਦਾ ਹੈ, ਪਰਹੇਜ਼ ਜ਼ਿਆਦਾ ਦੱਸਦਾ, ਫਿਰ ਡੋਜ਼ ਘਟਾਉਂਦਾ ਜਾਂਦਾ ਹੈ, ਦਵਾਈ ਥੋੜ੍ਹੀ ਥੋੜ੍ਹੀ, ਪਰਹੇਜ਼ ਵੀ ਥੋੜ੍ਹਾ ਥੋੜ੍ਹਾ ਨੋਰਮਲ ਹੁੰਦਾ ਜਾਂਦਾ। ਤੁਹਾਨੂੰ ਪਤਾ ਹੁੰਦਾ ਹੈ, ਫਿਰ ਨਾਲ ਦੇਖਦਾ ਵੀ ਹੈ ਵੀ ਬਿਮਾਰੀ ਘਟ ਰਹੀ ਹੈ ਕਿ ਵੱਧ ਰਹੀ ਹੈ। ਅਗਰ ਵੱਧ ਰਹੀ ਹੈ ਤਾਂ ਡੋਜ਼ ਵਧਾ ਵੀ ਦਿੰਦਾ ਹੈ, ਪਰਹੇਜ਼ ਵੀ ਵੱਧ ਕਹਿੰਦਾ ਹੈ ਕਰੋ। ਇਵੇਂ ਹੀ ਇਹ ਮਾਨਸਿਕ ਬਿਮਾਰੀ ਹੈ। ਅਤੇ ਜਿਵੇਂ ਮਰੀਜ਼ ਨੂੰ ਨਹੀਂ ਪਤਾ ਹੁੰਦਾ ਆਪਣੀ ਬਿਮਾਰੀ ਦਾ, ਦੇਖੋ ਸਰੀਰਕ ਬਿਮਾਰੀ ਦਾ, ਸਰੀਰ ਦੇ ਨਾਲ ਤੁਸੀਂ ਰਹਿੰਦੇ ਹੋ, ਤੁਹਾਨੂੰ ਪਤਾ ਨਹੀਂ ਹੈ, ਅਤੇ ਤੁਸੀਂ ਦੂਸਰੇ ਆਦਮੀ ਕੋਲ ਜਾਂਦੇ ਹੋ ਆਪਣੇ ਸਰੀਰ ਦੀ ਬਿਮਾਰੀ ਵਾਸਤੇ, ਅਤੇ ਮਨ ਦੀ ਬਿਮਾਰੀ ਦਾ ਤਾਂ ਮੈਨੂੰ ਕਿਵੇਂ ਪਤਾ ਲੱਗੂਗਾ। ਇੱਕ ਗੱਲ ਹੋਰ ਵੀ ਮੈਂ ਦੱਸ ਦਿੰਦਾ, ਸਰੀਰਕ ਬਿਮਾਰੀ ਦਾ ਪਤਾ ਲਾਉਣਾ ਤਾਂ ਬਹੁਤ ਸੁਖਾਲਾ ਹੈ। ਅਜੋਕੇ ਸਮੇਂ ਦੇ ਵਿੱਚ ਬੜੀਆਂ ਆਧੁਨਿਕ ਮਸ਼ੀਨਾਂ ਆ ਗਈਆਂ ਹਨ, ਅਤੇ ਬਹੁਤ ਬਿਮਾਰੀਆਂ ਦਾ ਪਤਾ ਲਾ ਰਹੇ ਹਨ ਡਾਕਟਰ, ਪਰ ਮਾਨਸਿਕ ਬਿਮਾਰੀਆਂ ਦਾ ਮਨੋਵਿਤਾਂ ਨੂੰ ਵੀ ਨਹੀਂ ਪਤਾ ਹੈ, ਵਿਗਿਆਨਿਕਾਂ ਨੂੰ ਵੀ ਪਤਾ ਹੈ, ਵੱਡੇ ਵੱਡੇ ਸਮਝਦਾਰਾਂ ਨੂੰ ਨਹੀਂ ਪਤਾ ਲੱਗਦਾ, ਬੜੀ ਸੂਖਸ਼ਮ ਹੈ। ਅਤੇ ਇਸ ਬਿਮਾਰੀ ਨੂੰ ਜਾਣੇ ਤੋਂ ਬਿਨਾਂ, ਇਸ ਬਿਮਾਰੀ ਦੇ ਰੋਗ ਰਹਿਤ ਹੋਏ ਤੋਂ ਬਿਨਾਂ ਇਸ ਬਿਮਾਰੀ ਦਾ ਕੋਈ ਇਲਾਜ ਵੀ ਨਹੀਂ ਦੱਸ ਸਕਦਾ ਹੈ। ਕੋਈ ਪੜ੍ਹ ਕੇ ਥੋੜ੍ਹੀ ਦੱਸ ਸਕਦਾ ਹੈ ਕਿਤਾਬਾਂ, ਕਿਉਂਕਿ ਮਨ ਥਿਰ ਨਹੀਂ ਹੈ ਨਾ। ਸਰੀਰ ਦੇ ਰੋਗਾਂ ਦੀ ਦਵਾਈ ਦਿੱਤੀ ਜਾ ਸਕਦੀ ਹੈ, ਥੋੜ੍ਹਾ ਥਿਰ ਹੈ, ਥੋੜ੍ਹੇ ਜਿਹੇ ਇੱਕੋ ਜਿਹੇ ਵੀ ਹਨ, ਖੂਨ ਵੀ ਇੱਕ ਦੂਸਰੇ ਦਾ ਚੜ੍ਹ ਜਾਂਦਾ, ਪਰ ਮਨ ਤਾਂ ਬਹੁਤ ਜ਼ਿਆਦਾ ਵਿਪਰੀਤ ਹਨ, ਅਤੇ ਬਿਲਕੁਲ ਅਥਿਰ ਹੈ ਮਨ, ਪਲ ਪਲ ਦੇ ਵਿੱਚ ਬਦਲ ਰਿਹਾ। ਕਦੀ ਆਦਮੀ ਬਿਲਕੁਲ ਸਾਧੂ ਮਹਾਤਮਾ ਬਣ ਕੇ ਬੈਠਾ ਹੁੰਦਾ, ਬੜਾ ਸ਼ਾਂਤ, ਅਤੇ ਕੁਝ ਸਮੇਂ ਬਾਅਦ ਉਹ ਹੀ ਸ਼ੈਤਾਨ ਬਣ ਕੇ ਖੜ੍ਹਾ ਹੋ ਜਾਂਦਾ। ਇਹ ਤਾਂ ਕੋਈ ਪਤਾ ਥੋੜ੍ਹੀ ਲੱਗਦਾ, ਤੈਨੂੰ ਸਮਝਣਾ ਹੀ ਔਖਾ ਹੈ ਪਹਿਲਾਂ ਤਾਂ ਦੇਖਿਆ ਹੈ ਨਾ, ਇਸ ਮਨ ਕੋ ਕੋਈ ਖੋਜ ਹੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਅਤੇ ਮਨ ਦੀ ਖੋਜ ਵਿੱਚ ਤੁਸੀਂ ਲੱਗੇ ਹੋ, ਬਹੁਤ ਹੀ ਧੰਨ ਭਾਗੀ ਹੋ। ਬਹੁਤੇ ਤੇ ਸੰਸਾਰ ਦੀ ਖੋਜ ਵਿੱਚ ਲੱਗੇ ਹੋਏ ਹਨ, ਸੁੱਖ ਸੁਵਿਧਾ ਦੀ ਖੋਜ ਵਿੱਚ ਲੱਗੇ ਹੋਏ ਹਨ, ਅਤੇ ਜਿਹੜੇ ਆਪਣੇ ਮੂਲ ਦੀ ਖੋਜ ਵਿੱਚ ਲੱਗੇ ਹੋਏ ਹਨ, ਉਹਨਾਂ ਨੂੰ ਪਹਿਲਾਂ ਮਨ ਦੀ ਖੋਜ ਕਰਨੀ ਪੈਂਦੀ ਹੈ। ਮਨ ਨੂੰ ਸਮਝਣਾ ਪੈਂਦਾ ਹੈ, ਜਾਂ ਕੋ ਜਾਣਨਾ ਪੈਂਦਾ ਹੈ, ਕਿਉਂਕਿ ਉਹ ਮਨ ਤੋਂ ਪਾਰ ਹੈ ਨਾ। ਅਤੇ ਮਨ ਨੂੰ ਜਾਣਨਾ ਹੀ ਬਹੁਤ ਕਠਿਨ ਹੈ, ਵੀ ਜਾਣੂਗਾ ਕੌਣ ਮਨ ਨੂੰ। ਸਵਾਲ ਤਾਂ ਇਹ ਵੀ ਖੜ੍ਹਾ ਹੁੰਦਾ, ਮਨ ਹੀ ਮਨ ਨੂੰ ਜਾਣੂਗਾ ਨਾ। ਅਤੇ ਇਸ ਕਰਕੇ ਮਨ ਨੂੰ ਮਨ ਥੋੜ੍ਹਾ ਥੋੜ੍ਹਾ ਜਾਣਦਾ ਵੀ ਹੈ, ਪਰ ਜਿਹੜਾ ਜਾਣਦਾ ਹੈ ਨਾ, ਉਹਦੇ ਵਿੱਚ ਅਣਜਾਣਾਪਨ ਵੀ ਬੈਠਾ ਰਹਿੰਦਾ ਹੈ, ਕਿਉਂਕਿ ਪੂਰਾ ਤਾਂ ਉਦੋਂ ਹੀ ਜਾਣੇਗਾ ਜਦੋਂ ਮਨ ਤੋਂ ਪਿੱਛੇ ਹਟ ਜਾਵੇਗਾ ਬਿਲਕੁਲ। ਇਸ ਕਰਕੇ ਮਨ ਅਧੂਰਾ ਜਾਣਦਾ ਹੈ। ਜਿਵੇਂ ਬਾਹਰ ਦੀਆਂ ਚੀਜ਼ਾਂ ਨੂੰ ਤੁਸੀਂ ਜਾਣਦੇ ਹੋ, ਪੂਰੀਆਂ ਥੋੜ੍ਹੀ ਜਾਣਦੇ ਹੋ, ਕਿਸੇ ਪੱਖ ਨੂੰ ਵੀ ਪੂਰਾ ਨਹੀਂ ਜਾਣਦੇ ਹੋ, ਅਧੂਰਾ ਜਾਣਦੇ ਹੋ, ਨਾ ਹੀ ਪੂਰਾ ਦੇਖਦੇ ਹੋ, ਕਿਉਂਕਿ ਇੱਕ ਪੱਖ ਹੀ ਦਿਖਾਈ ਦਿੰਦਾ ਹੈ ਤੁਹਾਨੂੰ, ਦੂਸਰਾ ਪੱਖ ਤਾਂ ਦਿਖਾਈ ਨਹੀਂ ਦਿੰਦਾ। ਤਿਵੇਂ ਹੀ ਮਨ ਦੁਆਰਾ ਵੀ ਅਧੂਰਾ ਹੀ ਜਾਣਿਆ ਜਾਂਦਾ ਹੈ। ਇਸੇ ਕਾਰਨ ਹੀ ਮਨ ਦੀ ਸਮੱਸਿਆ ਆਪਣੇ ਆਪ ਸਮਝ ਵਿੱਚ ਨਹੀਂ ਆਉਂਦੀ। ਜੇ ਸਮਝ ਵਿੱਚ ਆ ਹੀ ਜਾਵੇ ਤਾਂ ਛੁੱਟ ਜਾਵੇ ਨਾ। ਅਤੇ ਜਿਹੜੇ ਸਮੱਸਿਆ ਤੋਂ ਪਾਰ ਗਏ ਹਨ, ਉਹਨਾਂ ਕੋਲ ਪੁੱਛਣਾ ਪੈਂਦਾ ਹੈ,
ਜਿਹੜੇ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਜਿਨ੍ਹਾਂ ਨੇ ਕਰ ਲਿਆ ਹੈ, ਉਹਨੂੰ ਕਹਿੰਦੇ ਹਨ ਸਮਾਧੀ। ਉਹ ਜਾਣਦੇ ਹਨ। ਫਿਰ ਉਹ ਦੱਸਦੇ ਹਨ ਸਮੱਸਿਆ ਕਿੱਥੇ ਕੁ ਹੈ। ਹੁਣ ਜਿਵੇਂ ਇਹ ਗੁਰਦਾਸਪੁਰ ਵਾਲੀ ਮਾਈ ਦੱਸ ਰਹੀ ਹੈ ਕਿ ਮੇਰਾ ਮਨ ਕਈ ਦਿਨ ਥਿਰ ਰਹਿੰਦਾ ਹੈ। ਇਹ ਬਹੁਤ ਸਮੇਂ ਤੋਂ ਸਾਧਨਾ ਕਰ ਰਹੀ ਹੈ ਤੇ ਬੜੀ ਲਗਨ ਦੇ ਨਾਲ ਕਈ ਘੰਟੇ ਬੈਠ ਕੇ ਇਹਨੇ ਧਿਆਨ ਕੀਤਾ ਹੈ। ਧਿਆਨ ਤੇ ਇਹਦਾ ਕਾਫੀ ਪਰਪੱਕ ਹੋ ਗਿਆ ਹੈ, ਜਿਹੜਾ ਕਈ ਦਿਨ ਲੱਗਾ ਰਹਿੰਦਾ ਹੈ। ਪਰ ਫਿਰ ਟੁੱਟ ਜਾਂਦਾ ਹੈ ਧਿਆਨ। ਫਿਰ ਬਹੁਤ ਬੇਚੈਨੀ ਵੀ ਹੁੰਦੀ ਹੈ, ਪਰੇਸ਼ਾਨੀ ਵੀ ਹੁੰਦੀ ਹੈ, ਕਿਉਂਕਿ ਜਦੋਂ ਲੱਗਦਾ ਹੈ ਧਿਆਨ ਉਦੋਂ ਰਸ ਆਉਂਦਾ ਹੈ। ਤੇ ਮੈਂ ਉਹਨੂੰ ਕਹਿ ਰਿਹਾ ਸੀ, ਜਿੰਨਾ ਚਿਰ ਤੂੰ ਰਸ ਮਾਣ ਰਹੀ ਹੈ ਉਹਨਾਂ ਚਿਰ ਬੇਰਸੀ ਵੀ ਆਵੇਗੀ, ਕਿਉਂਕਿ ਰਸ ਕੌਣ ਮਾਣ ਰਿਹਾ ਹੈ? ਜੇ ਤੂੰ ਸ਼ਾਂਤ ਹੁੰਦੀ ਹੈ, ਸ਼ਾਂਤੀ ਦਾ ਰਸ ਵੀ ਮਨ ਹੀ ਮਾਣ ਰਿਹਾ ਹੈ ਨਾ। ਟਿਕਾਉ ਦਾ ਕਹਿ ਲਓ, ਸਥਿਰਤਾ ਦਾ ਕਹਿ ਲਓ। ਤੇ ਮਨ ਦਾ ਦੂਸਰਾ ਪਹਿਲੂ ਵੀ ਆਉਂਦਾ ਹੈ। ਮਨ ਦੇ ਤਲ 'ਤੇ ਮੈਂ ਅਕਸਰ ਕਹਿੰਦਾ ਹਾਂ ਦੋਵੇਂ ਪਹਿਲੂ ਆਉਣਗੇ। ਅਗਰ ਰਸ ਲਾਓਗੇ ਤੁਸੀਂ ਤਾਂ ਉਹਦੇ ਪਿੱਛੇ ਬੇਰਸੀ ਵੀ ਆਵੇਗੀ, ਜਿਵੇਂ ਸੁੱਖ ਦੇ ਪਿੱਛੇ ਦੁੱਖ ਆਉਂਦਾ ਹੈ। ਤੇ ਮਨ ਤੋਂ ਪਾਰ ਜਾਣ ਵਾਸਤੇ ਇਸ ਰਸ ਦਾ ਵੀ ਤਿਆਗ ਕਰਨਾ ਹੋਵੇਗਾ, ਜਿਹੜਾ ਅੰਦਰਲਾ ਹੈ। ਬਾਹਰਲੇ ਰਸਾਂ ਕਸਾਂ ਦਾ ਤਿਆਗ ਕਰਨਾ ਹੀ ਹੈ, ਉਹ ਤਕਰੀਬਨ ਇਹਦਾ ਹੋ ਹੀ ਗਿਆ ਹੈ ਕਾਫੀ। ਹੁਣ ਬਹੁਤਾ ਨਹੀਂ ਲਗਾਵ ਹੈ ਸੰਸਾਰ ਦਾ, ਪਰ ਇਹ ਜਿਹੜਾ ਅੰਦਰਲਾ ਆ ਰਿਹਾ ਹੈ ਇਹਦੇ ਨਾਲ ਲਗਾਵ ਹੋ ਗਿਆ, ਇਹਦੇ ਨਾਲ ਮੋਹ ਹੋ ਗਿਆ। ਤੇ ਇਹ ਰਸ ਦਾ ਵੀ ਤਿਆਗ ਕਰਨਾ ਹੈ, ਇਹਦੇ ਵੀ ਨਿਰਲੇਪ ਹੋਣਾ ਹੈ। ਜਿਵੇਂ ਕਿਹਾ ਜਾਂਦਾ ਹੈ ਨਾ ਵੀ ਦੁੱਖ ਸੁੱਖ ਤੋਂ ਨਿਰਲੇਪ ਹੋਣਾ ਹੈ। ਤੇ ਜਿਹੜਾ ਹੋ ਗਿਆ, ਦੁੱਖ ਸੁੱਖ ਜਹ ਪਰਸੇ ਨਹੀਂ, ਲੋਭ ਮੋਹ ਅਭਮਾਨ, ਕਹੋ ਨਾਨਕ ਸੁਨ ਰੇ ਮਨਾ, ਤੇ ਮੂਰਤ ਭਗਵਾਨ। ਉਹ ਭਗਵਾਨ ਵਰਗਾ ਹੋ ਗਿਆ। ਉਹਦਾ ਭਾਵ ਇਹ ਨਹੀਂ ਹੈ ਵੀ ਸਿਰਫ ਬਾਹਰਲੇ ਦੁੱਖ ਸੁੱਖ, ਫਿਰ ਸਰੀਰਕ ਦੁੱਖ ਸੁੱਖਾਂ ਤੋਂ ਨਿਰਲੇਪ ਹੋਣਾ ਹੈ, ਫਿਰ ਮਨ ਦੇ ਦੁੱਖ ਸੁੱਖਾਂ ਤੋਂ ਵੀ ਨਿਰਲੇਪ ਹੋਣਾ ਹੈ, ਜਿਹਨੂੰ ਸ਼ੋਕ ਮੋਹ ਕਹਿ ਦਿੰਦੇ ਹਨ। ਤੇ ਅਗਰ ਮਨ ਸੁੱਖ ਲੈ ਰਿਹਾ ਹੈ, ਰਸ ਲੈ ਰਿਹਾ ਹੈ, ਤੇ ਇਹਦਾ ਮਤਲਬ ਨਿਰਲੇਪ ਨਹੀਂ ਹੋਇਆ। ਤੇ ਹਰਮੀਤ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਤੂੰ ਵੀ ਨਿਰਲੇਪ ਤੇ ਹੋ ਹੀ ਰਹੀ ਹੈ, ਇਸੇ ਕਾਰਨ ਅੱਧ ਵਿਚਾਲੇ ਪਾ ਰਹੀ ਹੈ। ਅੱਧਾ ਰਸਤਾ ਤਾਂ ਤੈਅ ਕਰ ਹੀ ਲਿਆ ਨਾ। ਕੁਛ ਹੋਏ ਹੈ, ਕੁਛ ਲਗਾਵ ਹੈ ਹੀ, ਇੱਕਦਮ ਨਹੀਂ ਟੁੱਟ ਜਾਣਗੇ, ਇਹ ਸਮਾਂ ਲੱਗਦਾ ਹੈ। ਇਸੇ ਕਾਰਨ ਹੀ ਮੈਂ ਕਹਿੰਦਾ ਹਾਂ ਧੀਰਜ ਰੱਖੋ। ਇਹ ਤਪੱਸਰਿਆ ਹੈ। ਇਸੇ ਕਾਰਨ ਹੀ ਮੈਨੂੰ ਸੁਣਨ ਵਾਲੇ ਬਹੁਤ ਘੱਟ ਹਨ, ਕਿਉਂਕਿ ਤਪੱਸਰਿਆ ਕਰਨ ਨੂੰ ਤਿਆਰ ਨਹੀਂ ਹੈ। ਲੋਕ ਕਹਿੰਦੇ ਹਨ ਬਸ ਮੂੰਹ ਨਾਲ ਜਪਿਆ ਹੀ ਗੱਲ ਬਣ ਜਾਵੇ, ਪਾਠ ਕੀਤਿਆਂ ਗੱਲ ਬਣ ਜਾਵੇ। ਮੋਹ ਨਹੀਂ ਨਾ ਕੋਈ ਤੋੜਨ ਚਾਹੁੰਦਾ, ਨਿਰਲੇਪ ਨਹੀਂ ਨਾ ਹੋਣਾ ਚਾਹੁੰਦਾ ਹੈ ਕੋਈ। ਤੇ ਕਦੇ ਜਦੋਂ ਤੁਸੀਂ ਥੋੜ੍ਹਾ ਨਿਰਲੇਪ ਹੋ ਜਾਂਦੇ ਹੋ, ਭਾਵ ਕਿ ਸੰਸਾਰ ਦਾ ਰੰਗ ਘਟਦਾ ਹੈ, ਸੰਸਾਰ ਵੱਲੋਂ ਰਸ ਹਟਦਾ ਹੈ। ਰੰਗ ਦਾ ਅਰਥ ਵੀ ਪ੍ਰੇਮ ਹੁੰਦਾ ਹੈ। ਸੰਸਾਰ ਨਾਲੋਂ ਪ੍ਰੇਮ ਘਟਦਾ ਹੈ, ਮੁੱਕ ਘਟਦਾ ਹੈ, ਤੇ ਉਧਰਲੇ ਰੰਗ ਦਾ ਖਿਆਲ ਆਉਂਦਾ ਹੈ ਜੀ। ਤੇ ਮਨ ਦੇਖੋ ਕਿੰਨਾ ਮੰਤਰ ਮੁਗਧ ਹੋ ਜਾਂਦਾ ਹੈ ਉਸ ਰੰਗ ਦੇ ਖਿਆਲ ਵਿੱਚ ਹੀ। ਚੜਿਆ ਨਹੀਂ ਹੈ, ਜੇ ਖਿਆਲ ਹੀ ਹੈ ਤਦੇ ਉੱਤਰ ਜਾਂਦਾ ਹੈ ਨਾ। ਪਰ ਮੈਂ ਕਹਿੰਦਾ ਹਾਂ ਵੀ ਇਹ ਜੋ ਬਾਹਰਲਾ ਰੰਗ ਹੈ ਨਾ, ਕੱਚਾ ਰੰਗ, ਕੁਸੁੰਬੇ ਦਾ ਰੰਗ,
ਪਹਿਲਾਂ ਇਹਨੂੰ ਛੱਡ ਦਿਓ। ਵਿਖੇ ਬਨ ਫੀਕਾ ਤਿਆਗ ਰੀ ਸਕੀਏ, ਨਾਮ ਮਹਾਰਸ ਪੀਓ। ਤੇ ਪਹਿਲਾਂ ਜਾਣ ਲਓ ਵੀ ਇਹ ਵਿਖੇ ਰਸ ਹੈ ਜਿਹੜਾ, ਇਹਨੂੰ ਫਿੱਕਾ ਰਸ ਕਿਹਾ ਹੈ, ਹੋਸ਼ਾ ਰਸ। ਉਹਨਾਂ ਨੇ ਕਿਹਾ ਜਿਨ੍ਹਾਂ ਨੇ ਜਾਣਿਆ ਹੈ। ਅਗਰ ਤੁਸੀਂ ਵੀ ਜਾਣ ਲਓਗੇ ਵੀ ਇਹ ਹੋਸ਼ਾ ਹੈ, ਛਣ ਮਾਤਰ ਤ੍ਰਿਪਤੀ ਦਿੰਦਾ ਹੈ। ਜਿਵੇਂ ਸੰਬੰਧੀਆਂ ਦਾ ਲਗਾਵ ਹੈ, ਆਪਣਿਆਂ ਦਾ ਲਗਾਵ ਹੈ। ਤੁਹਾਡਾ ਕੋਈ ਸਨੇਹੀ ਮਿੱਤਰ ਕੋਈ ਕੋਲ ਆਣ ਕੇ ਬੈਠ ਜਾਵੇ ਜਾਂ ਕੋਈ ਪਰਿਵਾਰਿਕ ਮੈਂਬਰ, ਅਤੇ ਕਿੰਨਾ ਕੁ ਚਿਰ ਸੁੱਖ ਮਿਲਦਾ ਹੈ ਤੁਹਾਨੂੰ। ਅਗਰ ਉਹ ਗਲੇ ਵੀ ਮਿਲੇ ਤਾਂ ਥੋੜ੍ਹਾ ਚਿਰ ਸੁੱਖ ਮਿਲਦਾ ਹੈ। ਅਗਰ ਮਿਲਿਆ ਹੀ ਰਵੇ, ਗਲ ਛੱਡੇ ਹੀ ਨਾ ਤੁਹਾਡਾ, ਤਾਂ ਉਹ ਹੀ ਦੁਖਦਾਈ ਹੋ ਜਾਵੇਗਾ। ਤੁਸੀਂ ਛਡਾਓਗੇ ਆਪਣੇ ਆਪ ਨੂੰ। ਅਗਰ ਵਾਸਤਵਿਕ ਸੁੱਖ ਹੁੰਦਾ ਤਾਂ ਵੱਧਦਾ ਨਾ, ਪਰ ਕੁਛ ਚਿਰ ਵਾਸਤੇ ਮਿਲਦਾ ਹੈ, ਫਿਰ ਉਹਦੇ ਵਿੱਚ ਹੀ ਕਸ਼ਟ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਕਾਰਨ ਹੀ ਦੂਰੀ ਆਦਮੀ ਚਾਹੁੰਦਾ ਹੈ, ਪਰ ਦੂਰ ਜਾ ਕੇ ਫਿਰ ਖਿਆਲ ਆਉਣਾ ਸ਼ੁਰੂ ਹੋ ਜਾਂਦਾ ਹੈ। ਮਨ ਫਿਰ ਪਲਟ ਜਾਂਦਾ ਹੈ ਨਾ, ਫਿਰ ਨੇੜਤਾ ਚਾਹੁੰਦਾ। ਇੱਦਾਂ ਹੀ ਮਨ ਭਟਕਾਉਂਦਾ ਹੈ, ਉਲਝਾਉਂਦਾ ਹੈ। ਅਤੇ ਤੂੰ ਕਹਿੰਦੀ ਹਾਂ ਨਾ ਵੀ ਮੈਂ ਆਪਣੇ ਆਪ ਨੂੰ ਤ੍ਰਿਸ਼ੰਕੂ ਦੀ ਤਰ੍ਹਾਂ ਪਾਉਂਦੀ ਹਾਂ, ਅਤੇ ਮੈਂ ਕਹਿੰਦਾ ਹਾਂ ਤੂੰ ਅੱਧ ਵਿਚਾਲੇ ਆ ਗਈ ਅਤੇ ਇੱਕਦਮ ਸੰਸਾਰ ਦਾ ਪੂਰਾ ਲਗਾਵ ਨਹੀਂ ਛੁੱਟ ਜਾਵੇਗਾ। ਆਸਤੇ ਆਸਤੇ ਸੰਸਾਰ ਦੇ ਵਿੱਚ ਮਨ ਲੱਗਦਾ ਹੈ ਅਤੇ ਆਸਤੇ ਆਸਤੇ ਲਗਾਵ ਹਟੇਗਾ। ਥੋੜ੍ਹਾ ਧੀਰਜ ਰੱਖੋ, ਪਰ ਧੀਰਜ ਰੱਖਣਾ ਔਖਾ ਹੈ, ਕਿਉਂਕਿ ਜਦੋਂ ਲਗਾਵ ਜ਼ਿਆਦਾ ਹੁੰਦਾ, ਬੇਚੈਨੀ ਜ਼ਿਆਦਾ ਹੁੰਦੀ, ਆਦਮੀ ਕਹਿੰਦਾ ਫਟਾਫਟ ਮੁਕਤ ਹੋ ਜਾਵਾਂ ਸੰਸਾਰ ਤੋਂ। ਜਿਵੇਂ ਸੰਸਾਰ ਦੇ ਵਿਚਾਰ ਚੱਲ ਪੈਂਦੇ ਹਨ, ਬੜੀ ਬੇਚੈਨੀ ਹੁੰਦੀ, ਜਿਨ੍ਹਾਂ ਦਾ ਮਨ ਸ਼ਾਂਤ ਹੁੰਦਾ ਹੈ। ਉਹ ਕਹਿੰਦੇ ਆਉਣ ਹੀ ਨਾ, ਇੱਕਦਮ ਬੰਦ ਹੋ ਜਾਣ। ਮੈਂ ਕਹਿੰਦਾ ਧੀਰਜ ਰੱਖੋ, ਧੀਰਜ ਧਾਮ ਬਣਾਏ ਹੈ ਤਨ।